ਓਮ ਸ਼ਾਂਤੀ। ਅੱਜ ਸੁਣਦੇ ਹਾਂ 28 ਮਈ 2022 ਦੇ ਬਾਬਾ ਦੀ ਸਾਕਾਰ ਮਹਾਵਾਕ। ਬਾਬਾ ਬੋਲੇ, ਮਿੱਠੇ ਬੱਚੇ, ਤੁਹਾਡਾ ਪਿਆਰ ਆਤਮਾ ਨਾਲ ਹੋਣਾ ਚਾਹੀਦਾ ਹੈ। ਤੁਰਦੇ ਫਿਰਦੇ ਅਭਿਆਸ ਕਰੋ, ਮੈਂ ਆਤਮਾ ਹਾਂ, ਆਤਮਾ ਨਾਲ ਗੱਲ ਕਰਦਾ ਹਾਂ, ਮੈਨੂੰ ਕੋਈ ਬੁਰਾ ਕੰਮ ਨਹੀਂ ਕਰਨਾ ਹੈ। ਪ੍ਰਸ਼ਨ ਹੈ, ਬਾਪ ਦੁਆਰਾ ਰਚਿਆ ਹੋਇਆ ਯੱਗ ਜਦੋਂ ਤੱਕ ਚੱਲ ਰਿਹਾ ਹੈ, ਉਦੋਂ ਤੱਕ ਬ੍ਰਾਹਮਣਾਂ ਨੂੰ ਬਾਪ ਦਾ ਕਿਹੜਾ ਫਰਮਾਨ ਜ਼ਰੂਰ ਪਾਲਨ ਕਰਨਾ ਹੈ। ਬਾਪ ਦੁਆਰਾ ਰਚਿਆ ਹੋਇਆ ਯੱਗ ਜਦੋਂ ਤੱਕ ਚੱਲ ਰਿਹਾ ਹੈ, ਉਦੋਂ ਤੱਕ ਬ੍ਰਾਹਮਣਾਂ ਨੂੰ ਬਾਪ ਦਾ ਕਿਹੜਾ ਫਰਮਾਨ ਜ਼ਰੂਰ ਪਾਲਨ ਕਰਨਾ ਹੈ। ਉੱਤਰ, ਬਾਪ ਦਾ ਫਰਮਾਨ ਹੈ, ਬੱਚੋ, ਜਦੋਂ ਤੱਕ ਇਹ ਰੁਦਰ ਯੱਗ ਚੱਲ ਰਿਹਾ ਹੈ, ਉਦੋਂ ਤੱਕ ਤੁਹਾਨੂੰ ਪਵਿੱਤਰ ਜ਼ਰੂਰ ਰਹਿਣਾ ਹੈ। ਤੁਸੀਂ ਬ੍ਰਹਮਾ ਦੇ ਬੱਚੇ, ਬ੍ਰਹਮਾ ਕੁਮਾਰ ਕੁਮਾਰੀਆਂ ਕਦੇ ਵਿਕਾਰ ਵਿੱਚ ਨਹੀਂ ਜਾ ਸਕਦੇ। ਜੇਕਰ ਕੋਈ ਇਸ ਫਰਮਾਨ ਦੀ ਅਵਿਗਿਆ ਕਰਦੇ ਨੇ ਤਾਂ ਬਹੁਤ ਵੱਡੇ ਦੰਡ ਦੇ ਭਾਗੀ ਬਣ ਜਾਂਦੇ ਨੇ। ਜੇਕਰ ਕਿਸੇ ਵਿੱਚ ਕ੍ਰੋਧ ਦਾ ਵੀ ਭੂਤ ਹੈ, ਉਹ ਬ੍ਰਾਹਮਣ ਨਹੀਂ। ਬ੍ਰਾਹਮਣਾਂ ਨੂੰ ਦੇਹੀ ਅਭਿਮਾਨੀ ਰਹਿਣਾ ਹੈ, ਕਦੇ ਵਿਕਾਰਾਂ ਦੇ ਵਸ਼ੀਭੂਤ ਨਹੀਂ ਹੋਣਾ। ਗੀਤ ਹੈ, ਉਹ ਦੂਰ ਦੇ ਮੁਸਾਫਿਰ। ਓਮ ਸ਼ਾਂਤੀ। ਦੂਰ ਦੇ ਮੁਸਾਫਿਰ ਨੂੰ ਤੁਸੀਂ ਬ੍ਰਾਹਮਣਾਂ ਦੇ ਬਿਗਰ ਕੋਈ ਵੀ ਮਨੁੱਖ ਮਾਤਰ ਜਾਣਦੇ ਨਹੀਂ, ਬੁਲਾਉਂਦੇ ਨੇ, ਹੀ ਪਰਮਧਾਮ ਵਿੱਚ ਨਿਵਾਸ ਕਰਨ ਵਾਲੇ ਪਰਮ ਪਿਤਾ ਪਰਮਾਤਮਾ ਆਓ। ਪਿਤਾ ਕਹਿੰਦੇ ਨੇ ਪਰ ਬੁੱਧੀ ਵਿੱਚ ਨਹੀਂ ਆਂਦਾ। ਪਿਤਾ ਦਾ ਰੂਪ ਕੀ ਹੈ, ਆਤਮਾ ਕੀ ਹੈ। ਭਾਵੇਂ ਸਮਝਦੇ ਨੇ ਆਤਮਾ ਪ੍ਰਗਟੀ ਦੇ ਵਿੱਚ ਸਿਤਾਰੇ ਵਰਗੀ ਰਹਿੰਦੀ ਹੈ, ਬਸ ਹੋਰ ਕੁਝ ਨਹੀਂ ਜਾਣਦੇ। ਸਾਡੀ ਆਤਮਾ ਵਿੱਚ 84 ਜਨਮਾਂ ਦਾ ਪਾਠ ਭਰਿਆ ਹੋਇਆ ਹੈ, ਇਹਨਾਂ ਗੱਲਾਂ ਦਾ ਕੁਝ ਵੀ ਗਿਆਨ ਨਹੀਂ। ਆਤਮਾ ਇਸ ਸਰੀਰ ਵਿੱਚ ਕਿਵੇਂ ਪ੍ਰਵੇਸ਼ ਕਰਦੀ ਹੈ, ਇਹ ਵੀ ਨਹੀਂ ਜਾਣਦੇ। ਜਦੋਂ ਅੰਦਰ ਚੁਰਪੁਰ ਹੁੰਦੀ ਹੈ, ਪਤਾ ਪੈਂਦਾ ਹੈ ਆਤਮਾ ਨੇ ਪ੍ਰਵੇਸ਼ ਕੀਤਾ। ਫਿਰ ਜਦੋਂ ਪਰਮ ਪਿਤਾ ਪਰਮਾਤਮਾ ਕਹਿੰਦੇ ਨੇ, ਇਹ ਵੀ ਆਤਮਾ ਹੀ ਪਿਤਾ ਕਹਿੰਦੀ ਹੈ। ਆਤਮਾ ਜਾਣਦੀ ਹੈ ਇਹ ਸਰੀਰ ਲੌਕਿਕ ਪਿਤਾ ਦਾ ਹੈ। ਸਾਡਾ ਬਾਪ ਤਾਂ ਨਿਰਾਕਾਰ ਹੈ। ਜ਼ਰੂਰ ਸਾਡਾ ਬਾਪ ਵੀ ਸਾਡੇ ਵਰਗਾ ਬਿੰਦੀ ਸਵਰੂਪ ਹੋਵੇਗਾ। ਉਹਨਾਂ ਦੀ ਮਹਿਮਾ ਗਾਉਂਦੇ ਨੇ। ਮਨੁੱਖ ਸ੍ਰਿਸ਼ਟੀ ਦਾ ਬੀਜ ਰੂਪ ਗਿਆਨ ਦਾ ਸਾਗਰ ਪਤਿਤ ਪਾਵਨ ਹੈ, ਪਰੰਤੂ ਕਿੰਨਾ ਵੱਡਾ ਜਾਂ ਛੋਟਾ ਹੈ, ਇਹ ਸਭ ਦੀ ਬੁੱਧੀ ਵਿੱਚ ਨਹੀਂ ਬੈਠਦਾ। ਪਹਿਲੇ ਤੁਹਾਡੀ ਬੁੱਧੀ ਵਿੱਚ ਵੀ ਨਹੀਂ ਸੀ। ਸਾਡੀ ਆਤਮਾ ਕੀ ਹੈ? ਭਾਵੇਂ ਪਰਮਾਤਮਾ ਨੂੰ ਯਾਦ ਕਰਦੇ ਨੇ, ਹੇ ਪਰਮ ਪਿਤਾ ਪਰਮਾਤਮਾ, ਜਾਣਦੇ ਕੁਝ ਵੀ ਨਹੀਂ। ਬਾਪ ਤਾਂ ਨਿਰਾਕਾਰ ਹੈ। ਫਿਰ ਉਹ ਪਤਿਤ ਪਾਵਨ ਕਿਵੇਂ ਠਹਿਰਿਆ? ਕੀ ਜਾਦੂ ਲਗਾਉਂਦੇ ਨੇ? ਪਤਿਤਾਂ ਨੂੰ ਪਾਵਨ ਬਣਾਉਣ ਜ਼ਰੂਰ ਆਉਣਾ ਪੈਂਦਾ ਹੈ। ਤਾਂ ਹੀ ਤਾਂ ਸ਼ਿਵਰਾਤਰੀ, ਸ਼ਿਵ ਜਯੰਤੀ ਮਨਾਉਂਦੇ ਨੇ। ਪਰੰਤੂ ਉਹ ਪਾਵਨ ਕਿਵੇਂ ਆ ਕੇ ਬਣਾਉਂਦੇ ਨੇ, ਇਹ ਕੋਈ ਨਹੀਂ ਜਾਣਦਾ। ਇਸ ਲਈ ਕਹਿ ਦਿੰਦੇ ਉਹ ਤਾਂ ਸਰਵਵਿਆਪੀ ਹੈ। ਪ੍ਰਦਰਸ਼ਨੀ ਵਿੱਚ ਕਿਤੇ ਵੀ ਭਾਸ਼ਣ ਆਦਿ ਕਰਨ ਜਾਓ, ਪਹਿਲੇ ਬਾਪ ਦੀ ਪਛਾਣ ਦੇਣੀ ਹੈ, ਫਿਰ ਆਤਮਾ ਦੀ। ਆਤਮਾ ਤਾਂ ਪ੍ਰਗਟੀ ਵਿੱਚ ਰਹਿੰਦੀ ਹੈ, ਉਸ ਵਿੱਚ ਸਾਰੇ ਸੰਸਕਾਰ ਰਹਿੰਦੇ ਨੇ। ਸਰੀਰ ਖਲਾਸ ਹੋ ਜਾਂਦਾ ਹੈ। ਜੋ ਕੁਝ ਕਰਦੀ ਹੈ ਉਹ ਆਤਮਾ ਹੀ ਕਰਦੀ ਹੈ। ਸਰੀਰ ਦੇ ਆਰਗਨਸ ਆਤਮਾ ਦੇ ਆਧਾਰ ਤੇ ਚੱਲਦੇ ਨੇ। ਆਤਮਾ ਰਾਤ ਨੂੰ ਅਸ਼ਰੀਰੀ ਹੋ ਜਾਂਦੀ ਹੈ। ਆਤਮਾ ਹੀ ਕਹਿੰਦੀ ਹੈ, ਅੱਜ ਮੈਨੂੰ ਆਰਾਮ ਚੰਗਾ ਮਿਲਿਆ, ਅੱਜ ਮੈਨੂੰ ਆਰਾਮ ਨਹੀਂ ਆਇਆ, ਮੈਂ ਸਰੀਰ ਦੁਆਰਾ ਇਹ ਧੰਦਾ ਕਰਦਾ ਹਾਂ। ਇਹ ਤੁਸੀਂ ਬੱਚਿਆਂ ਨੂੰ ਆਦਤ ਪੈ ਜਾਣੀ ਚਾਹੀਦੀ ਹੈ। ਆਤਮਾ ਹੀ ਸਭ ਕੁਝ ਕਰਦੀ ਹੈ। ਆਤਮਾ ਸਰੀਰ ਤੋਂ ਨਿਕਲ ਜਾਂਦੀ, ਉਸ ਨੂੰ ਮੁਰਦਾ ਕਿਹਾ ਜਾਂਦਾ ਹੈ, ਕਿਸੇ ਕੰਮ ਦਾ ਨਹੀਂ ਰਹਿੰਦਾ। ਆਤਮਾ ਨਿਕਲਣ ਤੇ ਸਰੀਰ ਵਿੱਚ ਜਿਵੇਂ ਬਾਂਸ ਹੋ ਜਾਂਦੀ ਹੈ। ਸਰੀਰ ਨੂੰ ਜਾ ਕੇ ਸਾੜਦੇ ਨੇ। ਤੁਹਾਡਾ ਆਤਮਾ ਦੇ ਨਾਲ ਪਿਆਰ ਹੈ। ਤੁਸੀਂ ਬੱਚਿਆਂ ਨੂੰ ਇਹ ਸ਼ੁੱਧ ਅਭਿਮਾਨ ਹੋਣਾ ਚਾਹੀਦਾ ਹੈ, ਮੈਂ ਆਤਮਾ ਹਾਂ। ਪੂਰਾ ਆਤਮ ਅਭਿਮਾਨੀ ਬਣਨਾ ਹੈ। ਮਿਹਨਤ ਸਾਰੀ ਇਸ ਵਿੱਚ ਹੀ ਹੈ। ਮੈਨੂੰ ਆਤਮਾ ਨੂੰ ਇਹਨਾਂ ਆਰਗਨਸ ਦੁਆਰਾ ਕੋਈ ਵੀ ਬੁਰਾ ਕੰਮ ਨਹੀਂ ਕਰਨਾ ਚਾਹੀਦਾ, ਨਹੀਂ ਤਾਂ ਸਜ਼ਾ ਖਾਣੀ ਪਵੇਗੀ। ਭੋਗਣਾ ਵੀ ਉਦੋਂ ਭੋਗੀ ਜਾਂਦੀ ਜਦੋਂ ਆਤਮਾ ਨੂੰ ਸਰੀਰ ਹੈ। ਬਿਗੜ ਸਰੀਰ ਆਤਮਾ ਦੁੱਖ ਭੋਗ ਨਹੀਂ ਸਕਦੀ। ਤਾਂ ਪਹਿਲੇ ਆਤਮ ਅਭਿਮਾਨੀ, ਫਿਰ ਪਰਮਾਤਮ ਅਭਿਮਾਨੀ ਬਣਨਾ ਹੈ। ਮੈਂ ਪਰਮ ਪਿਤਾ ਪਰਮਾਤਮਾ ਦੀ ਸੰਤਾਨ ਹਾਂ। ਕਹਿੰਦੇ ਨੇ ਪਰਮਾਤਮਾ ਨੇ ਸਾਨੂੰ ਪੈਦਾ ਕੀਤਾ ਹੈ, ਉਹ ਰਚਤਾ ਹੈ, ਪਰ ਉਹ ਰਚਤਾ ਕਿਵੇਂ ਹੈ ਕੋਈ ਵੀ ਨਹੀਂ ਜਾਣਦਾ। ਹੁਣ ਤੁਸੀਂ ਜਾਣਦੇ ਹੋ। ਪਰਮ ਪਿਤਾ ਪਰਮਾਤਮਾ
ਨਵੀਂ ਦੁਨੀਆ ਦੀ ਸਥਾਪਨਾ ਕਿਵੇਂ ਕਰਦੇ ਨੇ, ਪੁਰਾਣੀ ਦੁਨੀਆ ਵਿੱਚ ਰਹਿੰਦੇ ਨੇ। ਦੇਖੋ ਕਿਵੇਂ ਦੀ ਯੁਕਤੀ ਹੈ। ਉਹਨਾਂ ਨੇ ਤਾਂ ਪਰਲੇ ਵਿਖਾ ਦਿੱਤੀ। ਕਹਿੰਦੇ ਨੇ ਪੀਪਲ ਦੇ ਪੱਤੇ ਤੇ ਇੱਕ ਬਾਲਕ ਆਇਆ, ਫਿਰ ਬਾਲਕੀ ਤਾਂ ਵਿਖਾਉਂਦੇ ਨਹੀਂ। ਇਸ ਨੂੰ ਕਿਹਾ ਜਾਂਦਾ ਹੈ ਅਗਿਆਨ। ਕਹਿੰਦੇ ਨੇ ਭਗਵਾਨ ਨੇ ਸ਼ਾਸਤਰ ਬਣਾਏ, ਵਿਆਸ ਭਗਵਾਨ ਹੋ ਨਹੀਂ ਸਕਦਾ। ਭਗਵਾਨ ਸ਼ਾਸਤਰ ਬੈਠ ਲਿਖਦੇ ਨੇ ਕਿ ਉਹਨਾਂ ਦੇ ਲਈ ਗਾਇਆ ਹੋਇਆ ਹੈ। ਉਹ ਸਾਰੇ ਸ਼ਾਸਤਰਾਂ ਦਾ ਸਾਰ ਸਮਝਾਉਂਦੇ ਨੇ। ਬਾਕੀ ਇਹਨਾਂ ਵੇਦਾਂ ਸ਼ਾਸਤਰਾਂ ਨੂੰ ਪੜ੍ਹਨ ਨਾਲ ਕਿਸੇ ਦਾ ਕਲਿਆਣ ਨਹੀਂ ਹੋ ਸਕਦਾ। ਸਮਝੋ ਬ੍ਰਹਮ ਗਿਆਨੀ ਨੇ, ਸਮਝਦੇ ਨੇ ਬ੍ਰਹਮ ਵਿੱਚ ਲੀਨ ਹੋ ਜਾਵਾਂਗੇ। ਬ੍ਰਹਮ ਤਾਂ ਮਹੱਤਵ ਹੈ, ਆਤਮਾਵਾਂ ਉੱਥੇ ਰਹਿੰਦੀਆਂ ਨੇ। ਇਹ ਨਾ ਜਾਣਨ ਦੇ ਕਾਰਨ ਜੋ ਆਇਆ ਉਹ ਬੋਲਦੇ ਰਹਿੰਦੇ ਨੇ। ਮਨੁੱਖ ਵੀ ਸਤ ਸਤ ਕਰਦੇ ਰਹਿੰਦੇ ਨੇ। ਬਹੁਤ ਹੀ ਹੱਠ ਯੋਗ ਪ੍ਰਾਣਾਯਾਮ ਆਦਿ ਕਰਦੇ ਨੇ। ਤੁਸੀਂ ਤਾਂ ਕਰ ਨਹੀਂ ਸਕਦੇ। ਤੁਸੀਂ ਨਾਜ਼ੁਕ ਕੰਨਿਆਵਾਂ ਮਾਤਾਵਾਂ ਨੂੰ ਕੀ ਤਕਲੀਫ ਦੇਣਗੇ। ਪਹਿਲੇ ਤਾਂ ਮਾਤਾਵਾਂ ਰਾਜ ਵਿਦਿਆ ਵੀ ਨਹੀਂ ਪੜ੍ਹਦੀਆਂ ਸੀ। ਥੋੜੀ ਜੀ ਭਾਸ਼ਾ ਸਿੱਖਣ ਦੇ ਲਈ ਸਕੂਲ ਵਿੱਚ ਭੇਜਿਆ ਜਾਂਦਾ ਸੀ, ਬਾਕੀ ਨੌਕਰੀ ਤਾਂ ਕਰਨੀ ਨਹੀਂ। ਹੁਣ ਤਾਂ ਮਾਤਾਵਾਂ ਨੂੰ ਵੀ ਪੜ੍ਹਨਾ ਪੈਂਦਾ ਹੈ। ਕਮਾਈ ਕਰਨ ਵਾਲਾ ਨਾ ਹੋਵੇ, ਆਪਣੇ ਪੈਰਾਂ ਤੇ ਤਾਂ ਖੜੀਆਂ ਹੋ ਸਕਣ, ਭੀਖ ਨਾ ਲੈਣੀ ਪਵੇ। ਨਹੀਂ ਤਾਂ ਕਾਇਦੇ ਅਨੁਸਾਰ ਬੱਚਿਆਂ ਨੂੰ ਘਰ ਦਾ ਕੰਮ ਸਿਖਾਇਆ ਜਾਂਦਾ ਹੈ। ਹੁਣ ਤਾਂ ਬੈਰਿਸਟਰੀ, ਡਾਕਟਰੀ ਆਦਿ ਸਿੱਖਦੀਆਂ ਰਹਿੰਦੀਆਂ ਨੇ। ਇੱਥੇ ਤਾਂ ਤੁਹਾਨੂੰ ਹੋਰ ਕੁਝ ਕਰਨਾ ਨਹੀਂ। ਸਭ ਤੋਂ ਪਹਿਲੇ ਕਿਸੇ ਨੂੰ ਵੀ ਬਾਪ ਦਾ ਪਰਿਚੈ ਦੇਣਾ ਹੈ। ਨਿਰਾਕਾਰ ਨੂੰ ਸਾਰੇ ਸ਼ਿਵ ਬਾਬਾ ਕਹਿੰਦੇ ਨੇ, ਪਰੰਤੂ ਉਹਨਾਂ ਦਾ ਰੂਪ ਕੀ ਹੈ ਕੋਈ ਵੀ ਜਾਣਦੇ ਨਹੀਂ। ਬ੍ਰਹਮ ਤਾਂ ਮਹਾਤੱਤਵ ਹੈ। ਜਿਵੇਂ ਇਹ ਆਕਾਸ਼ ਕਿੰਨਾ ਵੱਡਾ ਹੈ, ਅੰਤ ਨਹੀਂ ਪਾ ਸਕਦੇ, ਉਵੇਂ ਹੀ ਬ੍ਰਹਮ ਤੱਤਵ ਦਾ ਅੰਤ ਨਹੀਂ ਹੈ। ਉਹਨਾਂ ਦੇ ਅੰਸ਼ ਮਾਤਰ ਵਿੱਚ ਅਸੀਂ ਆਤਮਾਵਾਂ ਰਹਿੰਦੀਆਂ ਹਾਂ। ਬਾਕੀ ਤਾਂ ਪੁਲਾਰ ਹੀ ਪੁਲਾਰ ਹੈ। ਸਾਗਰ ਵੀ ਅਥਾਹ ਹੈ, ਚਲਦੇ ਜਾਓ, ਪੁਲਾਰ ਦਾ ਅੰਤ ਨਹੀਂ ਪਾ ਸਕਦੇ। ਕੋਸ਼ਿਸ਼ ਕਰਦੇ ਨੇ ਉੱਪਰ ਜਾਣ ਦੀ, ਪਰੰਤੂ ਜਾਂਦੇ ਜਾਂਦੇ ਉਹਨਾਂ ਦਾ ਸਮੇਂ ਹੀ ਖੁੱਟ ਜਾਂਦਾ ਹੈ। ਉਵੇਂ ਹੀ ਮਹਾਤੱਤਵ ਬਹੁਤ ਵੱਡਾ ਹੈ। ਉੱਥੇ ਜਾ ਕੇ ਕੁਝ ਲੱਭਣ ਦੀ ਲੋੜ ਨਹੀਂ ਹੈ। ਉੱਥੇ ਆਤਮਾਵਾਂ ਨੂੰ ਇਹ ਵਿਚਾਰ ਕਰਨ ਦੀ ਲੋੜ ਨਹੀਂ, ਲੱਭਣ ਦਾ ਫਾਇਦਾ ਹੀ ਕੀ ਹੋਏਗਾ। ਸਮਝੋ ਸਟਾਰ ਵਿੱਚ ਜਾ ਕੇ ਦੁਨੀਆ ਲੱਭਦੇ ਨੇ, ਪਰ ਫਾਇਦਾ ਹੀ ਕੀ। ਉੱਥੇ ਕੋਈ ਬਾਪ ਨੂੰ ਪਾਣ ਦਾ ਰਸਤਾ ਨਹੀਂ ਹੈ। ਭਗਤ ਭਗਤੀ ਕਰਦੇ ਨੇ ਭਗਵਾਨ ਨੂੰ ਪਾਣ ਦੇ ਲਈ। ਉਹਨਾਂ ਨੂੰ ਭਗਵਾਨ ਮਿਲਦਾ ਹੈ, ਉਹ ਮੁਕਤੀ ਜੀਵਨ ਮੁਕਤੀ ਦਿੰਦੇ ਨੇ। ਲੱਭਣਾ ਭਗਵਾਨ ਨੂੰ ਹੁੰਦਾ ਹੈ, ਨਾ ਕਿ ਪੋਲਾਰ ਨੂੰ, ਜਿੱਥੇ ਕੁਝ ਮਿਲਦਾ ਨਹੀਂ। ਕਿੰਨਾ ਗਵਰਨਮੈਂਟ ਦਾ ਖਰਚਾ ਹੁੰਦਾ ਹੈ। ਇਹ ਆਲਮਾਈਟੀ ਗਵਰਨਮੈਂਟ ਹੈ। ਪਾਂਡਵ ਕੌਰਵ ਦੋਹਾਂ ਨੂੰ ਤਾਜ ਨਹੀਂ ਵਿਖਾਉਂਦੇ। ਬਾਪ ਆ ਕੇ ਤੁਹਾਨੂੰ ਸਾਰੀਆਂ ਗੱਲਾਂ ਸਮਝਾਉਂਦੇ ਨੇ। ਜਦੋਂ ਕਿ ਤੁਸੀਂ ਇੰਨੀ ਸਭ ਨੌਲੇਜ ਪਾਉਂਦੇ ਹੋ, ਤੁਹਾਨੂੰ ਬਹੁਤ ਖੁਸ਼ ਰਹਿਣਾ ਚਾਹੀਦਾ ਹੈ। ਪਰ ਸਾਨੂੰ ਪੜ੍ਹਾਉਣ ਵਾਲਾ ਬੇਹੱਦ ਦਾ ਬਾਪ ਹੈ। ਤੁਹਾਡੀ ਆਤਮਾ ਕਹਿੰਦੀ ਹੈ ਅਸੀਂ ਪਹਿਲੇ ਸੋ ਦੇਵੀ ਦੇਵਤਾ ਸੀ, ਬਹੁਤ ਸੁਖੀ ਸੀ, ਪੁੰਨ ਆਤਮਾ ਸੀ। ਇਸ ਸਮੇਂ ਅਸੀਂ ਪਾਪ ਆਤਮਾ ਬਣ ਗਏ, ਕਿਉਂਕਿ ਰਾਵਣ ਰਾਜ ਹੈ। ਇਹ ਰਾਵਣ ਦੀ ਮੱਤ ਤੇ ਨੇ, ਤੁਸੀਂ ਹੋ ਈਸ਼ਵਰੀ ਮੱਤ ਤੇ। ਰਾਵਣ ਵੀ ਗੁਪਤ ਹੈ, ਈਸ਼ਵਰ ਵੀ ਗੁਪਤ ਹੈ। ਹੁਣ ਈਸ਼ਵਰ ਤੁਹਾਨੂੰ ਮੱਤ ਦੇ ਰਹੇ ਨੇ। ਰਾਵਣ ਕਿਵੇਂ ਮੱਤ ਦਿੰਦੇ ਨੇ? ਰਾਵਣ ਦਾ ਕੋਈ ਰੂਪ ਤਾਂ ਹੈ ਨਹੀਂ, ਇਹ ਤਾਂ ਰੂਪ ਧਰਦੇ ਨੇ। ਰਾਵਣ ਦੇ ਤਾਂ ਸਾਰੇ ਹੀ ਰੂਪ ਨੇ, ਜਾਣਦੇ ਨੇ। ਸਾਡੀ ਆਤਮਾ ਵਿੱਚ 5 ਵਿਕਾਰ ਨੇ। ਅਸੀਂ ਆਸੁਰੀ ਮੱਤ ਤੇ ਚੱਲ ਰਹੇ ਹਾਂ। ਮੇਲ ਫੀਮੇਲ ਦੋਹਾਂ ਵਿੱਚ 5 ਵਿਕਾਰ ਨੇ। ਇਹ ਸਭ ਗੱਲਾਂ ਮਨੁੱਖਾਂ ਦੀ ਬੁੱਧੀ ਵਿੱਚ ਬੈਠਣਗੀਆਂ ਜਦੋਂ ਉਹ ਜਾਣਨਗੇ ਸਾਨੂੰ ਪੜ੍ਹਾਉਣ ਵਾਲਾ ਪਰਮਪਿਤਾ ਪਰਮਾਤਮਾ ਹੈ। ਪਰਮਾਤਮਾ ਨਿਰਾਕਾਰ ਹੈ। ਜਦੋਂ ਉਹ ਸਾਕਾਰ ਵਿੱਚ ਆਣ, ਅਸੀਂ ਬ੍ਰਾਹਮਣ ਬਣੀਏ। ਬਾਪ ਵੀ ਰਾਤ ਨੂੰ ਆਉਂਦੇ ਨੇ। ਸ਼ਿਵ ਰਾਤਰੀ ਸੋ ਬ੍ਰਹਮਾ ਦੀ ਰਾਤਰੀ ਹੋ ਗਈ। ਬ੍ਰਹਮਾ ਦੁਆਰਾ ਅਸੀਂ ਬ੍ਰਾਹਮਣ ਬਣਾਂਗੇ। ਯੱਗ ਵਿੱਚ ਬ੍ਰਾਹਮਣ ਜ਼ਰੂਰ ਚਾਹੀਦੇ ਨੇ। ਬ੍ਰਾਹਮਣਾਂ ਨੂੰ ਜਦੋਂ ਤੱਕ ਯੱਗ ਸੰਭਾਲਣਾ ਹੈ, ਉਦੋਂ ਤੱਕ ਪਵਿੱਤਰ ਰਹਿਣਾ ਹੈ। ਜਿਸਮਾਨੀ ਬ੍ਰਾਹਮਣ ਜਦੋਂ ਯੱਗ ਰਚਦੇ ਨੇ, ਵਿਕਾਰ ਵਿੱਚ ਨਹੀਂ ਜਾਂਦੇ। ਭਾਵੇਂ ਨੇ ਵਿਕਾਰੀ, ਪਰੰਤੂ ਯੱਗ ਰਚਦੇ ਸਮੇਂ ਵਿਕਾਰ ਵਿੱਚ ਨਹੀਂ ਜਾਣਗੇ। ਜਦੋਂ ਤੀਰਥਾਂ ਤੇ ਜਾਂਦੇ ਨੇ, ਜਦੋਂ ਤੱਕ ਤੀਰਥਾਂ ਤੇ ਰਹਿੰਦੇ ਨੇ, ਵਿਕਾਰ ਵਿੱਚ ਨਹੀਂ ਜਾਂਦੇ। ਤੁਸੀਂ ਬ੍ਰਾਹਮਣ ਵੀ ਯੱਗ ਵਿੱਚ ਰਹਿੰਦੇ ਹੋ। ਫਿਰ ਜੇਕਰ ਕੋਈ ਵਿਕਾਰ ਵਿੱਚ ਜਾਂਦੇ ਨੇ ਤਾਂ ਬਹੁਤ ਪਾਪਾਤਮਾ ਬਣ ਪੈਂਦੇ ਨੇ। ਯੱਗ ਚੱਲ ਰਿਹਾ ਹੈ, ਅੰਤ ਤੱਕ ਤੁਹਾਨੂੰ ਪਵਿੱਤਰ ਰਹਿਣਾ ਹੈ। ਬ੍ਰਹਮਾ ਦੇ ਬੱਚੇ ਬ੍ਰਹਮਾ ਕੁਮਾਰ ਕੁਮਾਰੀਆਂ ਕਦੇ ਵਿਕਾਰ ਵਿੱਚ ਨਹੀਂ ਜਾ ਸਕਦੇ।
ਬਾਪ ਨੇ ਫਰਮਾਨ ਕੀਤਾ, ਤੁਸੀਂ ਕਦੇ ਵਿਕਾਰ ਵਿੱਚ ਨਹੀਂ ਜਾਣਾ, ਨਹੀਂ ਤਾਂ ਬਹੁਤ ਦੰਡ ਦੇ ਭਾਗੀ ਬਣ ਜਾਓਗੇ। ਵਿਕਾਰ ਵਿੱਚ ਗਿਆ ਤਾਂ ਸਤਿਆਨਾਸ਼ ਹੋਈ। ਉਹ ਬ੍ਰਹਮਾ ਕੁਮਾਰ ਕੁਮਾਰੀ ਨਹੀਂ, ਪਰੰਤੂ ਸ਼ੂਦਰ ਮਲੇਛ ਨੇ। ਬਾਬਾ ਹਮੇਸ਼ਾ ਪੁੱਛਦੇ ਨੇ, ਤੁਸੀਂ ਪਵਿੱਤਰ ਰਹਿਣ ਦੀ ਪ੍ਰਤਿੱਗਿਆ ਕੀਤੀ ਹੈ? ਜੇਕਰ ਬਾਪ ਨਾਲ ਪ੍ਰਤਿੱਗਿਆ ਕਰ ਬ੍ਰਾਹਮਣ ਬਣ, ਫਿਰ ਵਿਕਾਰ ਵਿੱਚ ਗਏ ਚੰਡਾਲ ਦਾ ਜਨਮ ਪਾਓਗੇ। ਇੱਥੇ ਵੇਸ਼ਿਆ ਵਰਗਾ ਗੰਦਾ ਜਨਮ ਕੋਈ ਹੁੰਦਾ ਨਹੀਂ। ਇਹ ਦੁਨੀਆ ਹੈ ਹੀ ਵੇਸ਼ਾਲਿਆ, ਦੋਵੇਂ ਇੱਕ ਦੂਜੇ ਨੂੰ ਵਿਸ਼ ਪਿਲਾਉਂਦੇ ਨੇ। ਬਾਬਾ ਕਹਿੰਦੇ ਨੇ, ਮਾਇਆ ਭਾਵੇਂ ਕਿੰਨੇ ਵੀ ਸੰਕਲਪ ਲਿਆਵੇ, ਪਰੰਤੂ ਨੰਗਨ ਨਹੀਂ ਹੋਣਾ। ਕਈ ਤਾਂ ਜ਼ਬਰਦਸਤੀ ਵੀ ਨੰਗਨ ਕਰਦੇ ਨੇ। ਬੱਚਿਆਂ ਵਿੱਚ ਤਾਕਤ ਘੱਟ ਰਹਿੰਦੀ ਹੈ। ਪਵਿੱਤਰਤਾ ਦੇ ਨਾਲ ਚੱਲਣ ਦੀ ਬਹੁਤ ਚੰਗੀ ਤਾਕਤ ਚਾਹੀਦੀ ਹੈ। ਚਲਨ ਖਰਾਬ ਹੈ, ਉਹ ਕੋਈ ਕੰਮ ਦੇ ਨਹੀਂ। ਲੌਕਿਕ ਮਾਂ-ਬਾਪ ਵਿੱਚ ਵਿਕਾਰ ਨੇ। ਬੱਚੇ ਵੀ ਮਾਂ-ਬਾਪ ਤੋਂ ਹੀ ਸਿੱਖਦੇ ਨੇ। ਤੁਹਾਨੂੰ ਪਰਲੌਕਿਕ ਬਾਪ ਇਹ ਸਿੱਖਿਆ ਨਹੀਂ ਦਿੰਦੇ। ਬਾਪ ਤਾਂ ਦੇਹੀ ਅਭਿਮਾਨੀ ਬਣਾਉਂਦੇ ਨੇ, ਕਦੇ ਕ੍ਰੋਧ ਨਹੀਂ ਕਰਨਾ। ਉਸ ਸਮੇਂ ਤੁਸੀਂ ਬ੍ਰਾਹਮਣ ਨਹੀਂ ਚੰਡਾਲ ਹੋ, ਕਿਉਂਕਿ ਕ੍ਰੋਧ ਦਾ ਭੂਤ ਆ ਗਿਆ ਨਾ। ਭੂਤ ਮਨੁੱਖ ਨੂੰ ਦੁੱਖ ਦਿੰਦੇ ਨੇ। ਬਾਪ ਕਹਿੰਦੇ ਨੇ, ਬ੍ਰਾਹਮਣ ਬਣ ਕੇ ਕੋਈ ਸ਼ੈਤਾਨੀ ਦਾ ਕੰਮ ਨਹੀਂ ਕਰਨਾ। ਵਿਕਾਰ ਵਿੱਚ ਜਾਣ ਤੇ ਯੱਗ ਨੂੰ ਤੁਸੀਂ ਅਪਵਿੱਤਰ ਬਣਾਉਂਦੇ ਹੋ। ਇਸ ਵਿੱਚ ਬੜੀ ਖਬਰਦਾਰੀ ਰੱਖਣੀ ਹੈ। ਬ੍ਰਾਹਮਣ ਬਣਨਾ ਕੋਈ ਮਾਸੀ ਦਾ ਘਰ ਨਹੀਂ ਹੈ। ਯੱਗ ਵਿੱਚ ਕੋਈ ਗੰਦਾ ਕੰਮ ਨਹੀਂ ਕਰਨਾ। 5 ਵਿਕਾਰਾਂ ਵਿੱਚੋਂ ਕੋਈ ਵਿਕਾਰ ਨਾ ਹੋਵੇ। ਐਵੇਂ ਨਹੀਂ ਕਿ ਕ੍ਰੋਧ ਕੀਤਾ ਤਾਂ ਕੋਈ ਹਰਜਾ ਨਹੀਂ। ਇਹ ਭੂਤ ਆਇਆ ਤਾਂ ਤੁਸੀਂ ਬ੍ਰਾਹਮਣ ਨਹੀਂ। ਕੋਈ ਕਹੇ ਇਹ ਮੰਜ਼ਿਲ ਬੜੀ ਉੱਚੀ ਹੈ, ਨਹੀਂ ਚੱਲ ਸਕਦੇ ਤਾਂ ਜਾ ਕੇ ਗੰਦੇ ਬਣੋ। ਇਸ ਗਿਆਨ ਵਿੱਚ ਤਾਂ ਹਮੇਸ਼ਾ ਹਰਸ਼ਿਤ ਰਹਿਣਾ ਪਵੇ। ਪਤਿਤ ਪਾਵਨ ਬਾਪ ਦਾ ਬੱਚਾ ਬਣ ਕੇ ਮਦਦ ਦੇਣੀ ਹੈ। ਕੋਈ ਵੀ ਵਿਕਾਰ ਨਹੀਂ ਹੋਣਾ ਚਾਹੀਦਾ। ਕਈ ਤਾਂ ਆਂਦੇ ਹੀ ਫੱਟ ਨਾਲ ਵਿਕਾਰਾਂ ਨੂੰ ਛੱਡ ਦਿੰਦੇ ਨੇ। ਸਮਝਣਾ ਚਾਹੀਦਾ ਹੈ, ਮੈਂ ਰੁਦਰ ਗਿਆਨ ਯੱਗ ਦਾ ਬ੍ਰਾਹਮਣ ਹਾਂ। ਸਾਡੇ ਤੋਂ ਅਜਿਹਾ ਕੋਈ ਕੰਮ ਨਹੀਂ ਹੋਣਾ ਚਾਹੀਦਾ ਜੋ ਦਿਲ ਖਾਂਦੀ ਰਹੇ। ਦਿਲ ਰੂਪੀ ਦਰਪਣ ਵਿੱਚ ਵੇਖਣਾ ਹੈ। ਅਸੀਂ ਲਾਇਕ ਹਾਂ ਭਾਰਤ ਨੂੰ ਪਵਿੱਤਰ ਬਣਾਉਣ ਦੇ। ਅਸੀਂ ਨਿਮਿਤ ਹਾਂ, ਯੋਗ ਵੀ ਜ਼ਰੂਰ ਰਹਿਣਾ ਹੈ। ਸੰਨਿਆਸੀ ਲੋਕ ਸਿਰਫ ਪਵਿੱਤਰ ਬੰਦੇ ਬਾਪ ਨੂੰ ਜਾਣਦੇ ਨਹੀਂ। ਹੱਠ ਯੋਗ ਆਦਿ ਬਹੁਤ ਕਰਦੇ ਨੇ, ਪਾਉਂਦੇ ਕੁਛ ਵੀ ਨਹੀਂ। ਤੁਸੀਂ ਜਾਣਦੇ ਹੋ ਬਾਪ ਆਏ ਨੇ ਸ਼ਾਂਤੀ ਧਾਮ ਵਿੱਚ ਲੈ ਜਾਣ ਦੇ ਲਈ। ਅਸੀਂ ਆਤਮਾਵਾਂ ਉੱਥੋਂ ਦੀਆਂ ਰਹਿਣ ਵਾਲੀਆਂ ਹਾਂ। ਅਸੀਂ ਸੁੱਖ ਧਾਮ ਵਿੱਚ ਸੀ, ਹੁਣ ਦੁੱਖ ਧਾਮ ਵਿੱਚ ਹਾਂ। ਹੁਣ ਹੈ ਸੰਗਮ। ਇਹ ਸਿਮਰਨ ਚੱਲਦਾ ਰਹੇ ਤਾਂ ਸਦਾ ਮੁਸਕਰਾਉਂਦੇ ਰਹੋ। ਜਿਵੇਂ ਵੇਖੋ ਇਹ ਅੰਗਨਾ ਬੱਚਾ ਬੈਂਗਲੋਰ ਦਾ ਸਦਾ ਮੁਸਕਰਾਉਂਦਾ ਰਹਿੰਦਾ ਹੈ ਨਾ। ਬਾਬਾ ਕਹਿਣ ਨਾਲ ਹੀ ਖੁਸ਼ੀ ਵਿੱਚ ਭਰਪੂਰ ਹੋ ਜਾਂਦਾ ਹੈ। ਇਹਨਾਂ ਨੂੰ ਖੁਸ਼ੀ ਹੈ ਅਸੀਂ ਬਾਬਾ ਦੇ ਬੱਚੇ ਹਾਂ। ਜੋ ਵੀ ਮਿਲੇ ਉਸ ਨੂੰ ਗਿਆਨ ਦਿੰਦੇ ਰਹੋ। ਹਾਂ, ਕੋਈ ਹੱਸੀ ਵੀ ਉਡਾਣਗੇ, ਕਿਉਂਕਿ ਨਵੀਂ ਗੱਲ ਹੈ, ਕੋਈ ਜਾਣਦੇ ਨਹੀਂ। ਭਗਵਾਨ ਆ ਕੇ ਪੜ੍ਹਾਉਂਦੇ ਨੇ। ਕ੍ਰਿਸ਼ਨ ਤਾਂ ਕਦੇ ਵੀ ਪੜ੍ਹਾਉਂਦਾ ਨਹੀਂ। ਅੱਛਾ ਮਿੱਠੇ ਮਿੱਠੇ ਸਿੱਕਿਲ ਦੇ ਬੱਚਿਆਂ ਪ੍ਰਤੀ ਮਾਤਾ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ। ਧਾਰਨਾ ਦੇ ਲਈ ਮੁੱਖ ਸਾਰ। ਪਹਿਲੀ ਧਾਰਨਾ ਹੈ, ਰੁਦਰ ਗਿਆਨ ਯੱਗ ਦਾ ਬ੍ਰਾਹਮਣ ਬਣ ਕੇ ਅਜਿਹਾ ਕੋਈ ਕੰਮ ਨਹੀਂ ਕਰਨਾ ਜੋ ਦਿਲ ਨੂੰ ਖਾਂਦਾ ਰਹੇ। ਕਿਸੇ ਵੀ ਭੂਤ ਦੇ ਵਸ਼ੀਭੂਤ ਨਹੀਂ ਹੋਣਾ ਹੈ। ਦੂਜਾ, ਪਤਿਤ ਪਾਵਨ ਬਾਪ ਦਾ ਪੂਰਾ ਮਦਦਗਾਰ ਬਣਨ ਦੇ ਲਈ ਸਦਾ ਪਵਿੱਤਰ ਹਰਸ਼ਿਤ ਰਹਿਣਾ ਹੈ। ਗਿਆਨ ਦਾ ਸਿਮਰਨ ਕਰ ਮੁਸਕਰਾਉਂਦੇ ਰਹਿਣਾ ਹੈ। ਵਰਦਾਨ ਹੈ, ਚਿੱਤ ਦੀ ਪ੍ਰਸੰਨਤਾ ਦੁਆਰਾ ਦੁਆਵਾਂ ਦੇ ਵਿਮਾਨ ਵਿੱਚ ਉੱਡਣ ਵਾਲੇ ਸੰਤੁਸ਼ਟ ਮਣੀ ਭਵ। ਚਿੱਤ ਦੀ ਪ੍ਰਸੰਨਤਾ ਦੁਆਰਾ ਦੁਆਵਾਂ ਦੇ ਵਿਮਾਨ ਵਿੱਚ ਉੱਡਣ ਵਾਲੇ ਸੰਤੁਸ਼ਟ ਮਣੀ ਭਵ। ਸੰਤੁਸ਼ਟ ਮਣੀ ਉਹਨਾਂ ਨੂੰ ਕਿਹਾ ਜਾਂਦਾ ਜੋ ਖੁਦ ਤੋਂ, ਸੇਵਾ ਤੋਂ, ਸਰਵ ਤੋਂ ਸੰਤੁਸ਼ਟ ਹੋਣ। ਤਪੱਸਿਆ ਦੁਆਰਾ ਸੰਤੁਸ਼ਟਤਾ ਰੂਪੀ ਫਲ ਪ੍ਰਾਪਤ ਕਰ ਲੈਣਾ, ਇਹੀ ਤਪੱਸਿਆ ਦੀ ਸਿੱਧੀ ਹੈ। ਸੰਤੁਸ਼ਟ ਮਨੀ ਉਹ ਹੈ ਜਿਸ ਦਾ ਚਿੱਤ ਸਦਾ ਪ੍ਰਸੰਨ ਹੋਵੇ। ਪ੍ਰਸੰਨਤਾ ਮਤਲਬ ਦਿਲ ਦਿਮਾਗ ਸਦਾ ਆਰਾਮ ਵਿੱਚ ਹੋਵੇ, ਸੁਖ ਚੈਨ ਦੀ ਸਥਿਤੀ ਵਿੱਚ ਹੋਵੇ। ਅਜਿਹੀਆਂ ਸੰਤੁਸ਼ਟ ਮਨੀਆਂ ਖੁਦ ਨੂੰ ਸਰਵ ਦੀਆਂ
ਦੁਆਵਾਂ ਦੇ ਵਿਮਾਨ ਵਿੱਚ ਉੜਦਾ ਹੋਇਆ ਅਨੁਭਵ ਕਰਨਗੀਆਂ। ਸਲੋਗਨ ਹੈ, ਸੱਚੇ ਦਿਲ ਤੋਂ ਦਾਤਾ ਵਿਧਾਤਾ ਵਰਦਾਤਾ ਨੂੰ ਰਾਜੀ ਕਰਨ ਵਾਲੇ ਹੀ ਰੂਹਾਨੀ ਮੋਜ ਵਿੱਚ ਰਹਿੰਦੇ ਨੇ। ਸੱਚੇ ਦਿਲ ਤੋਂ ਦਾਤਾ ਵਿਧਾਤਾ ਵਰਦਾਤਾ ਨੂੰ ਰਾਜੀ ਕਰਨ ਵਾਲੇ ਹੀ ਰੂਹਾਨੀ ਮੋਜ ਵਿੱਚ ਰਹਿੰਦੇ ਨੇ। ਅੱਛਾ, ਓਮ ਸ਼ਾਂਤੀ।